ਰਾਮ ਦਮੋਦਰ ਮਾਧਵੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹੱਲਾ ਚੌਥਾ। ਜਿੱਥੈ ਹਰਿ ਆਰਾਧਿਐ ਤਿਥੈ ਹਰਿ ਮਿਤ ਸਹਾਈ। ਗੁਰ ਕਿਰਪਾ ਤੇ ਹਰ ਮਨ ਵਸੈ ਹੋਰਤ ਬਿਦ ਲਿਆ ਨਾ ਜਾਈ। ਜਿੱਥੈ ਹਰਿ ਆਰਾਧਿਐ ਤਿਥੈ ਹਰਿ ਮਿਤ ਸਹਾਈ। ਗੁਰ ਕਿਰਪਾ ਤੇ ਹਰ ਮਨ ਵਸੈ ਹੋਰਤ ਬਿਦ ਲਿਆ ਨਾ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬ੍ਰਹਮ ਗਿਆਨੀ ਮਹਾਂਪੁਰਖ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੇ ਪਾਵਨ ਪਵਿੱਤਰ ਅਸਥਾਨਾਂ ਤੇ ਅੰਮ੍ਰਿਤ ਵੇਲੇ ਤਖਤਾਂ ਤੇ ਸੁਭਾਇਮਾਨ ਹੋ ਕਰ ਪਾਵਨ ਉਪਦੇਸ਼ ਹੁਕਮਨਾਮੇ ਦੇ ਰੂਪ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਇਹ ਅੱਜ ਦਾ ਪਾਵਨ ਫਰਮਾਨ ਸੂਹੀ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਸਤਿਗੁਰੂ ਜੀ ਦਾ ਉਚਾਰਨ ਕੀਤਾ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅੰਗ 733 ਤੇ ਆਰੰਭ ਹੋ ਕੇ 734 ਅੰਗ ਤੇ ਇਸ ਪਾਵਨ ਹੁਕਮ ਦੀ ਸੰਪੂਰਨਤਾ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨ ਬਾਣੀ ਦੀ ਵਿਚਾਰ ਕਰ ਸਕੀਏ। ਕੱਲ੍ਹ ਤੋਂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਜੀਵਨ ਦੀ ਸਤਿਗੁਰੂ ਮਹਾਰਾਜ ਜੀ ਦਾ ਗੁਰ ਇਤਿਹਾਸ ਦੀ ਇੱਕ ਲੜੀ ਪ੍ਰਾਰੰਭਤਾ ਕੀਤੀ ਹੈ। ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਕਰਨ ਸੰਪੂਰਨਤਾ ਤੱਕ ਸਤਿਗੁਰੂ ਮਹਾਰਾਜ ਜੀ ਦਾ ਜੀਵਨ ਤੁਸ਼ ਬੁੱਧੀ ਅਨੁਸਾਰ ਵਿਚਾਰ ਸਕੀਏ, ਸਰਵਨ ਕਰ ਸਕੀਏ, ਤਾਂ ਕਿ ਸਾਡਾ ਜੀਵਨ ਦਾ ਮਨੋਰਥ, ਜੀਵਨ ਦਾ ਲਾਹਾ ਸਾਨੂੰ ਪ੍ਰਾਪਤ ਹੋ ਸਕੇ। ਆਪ ਸੰਗਤ ਕਿਰਪਾ ਕਰੋ। ਸਭ ਤੋਂ ਪਹਿਲਾਂ ਆਓ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਗਾਉਣਾ ਕਰੀਏ। ਮਨ ਬਿਰਤੀਆਂ ਕਰੋ ਇਕਾਗਰ, ਅਦਬ ਪਿਆਰ ਸਤਿਕਾਰ ਦੇ ਨਾਲ ਰਸਨਾ ਨੂੰ ਕਰੋ ਪਵਿੱਤਰ। ਉਚਾਰਨ ਕਰੋ ਜੀ ਸਤਨਾਮ ਸ਼੍ਰੀ। ਫਿਰ ਸਾਰੀ ਸੰਗਤ ਕਰੋ ਜੀ ਕਿਰਪਾ, ਆਖੋ ਜੀ ਸਤਨਾਮ ਸ਼੍ਰੀ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਸੰਸਾਰ ਦੇ ਵਿੱਚ ਆਉਣ ਤੋਂ ਪਹਿਲਾਂ ਦੇ ਕੱਲ ਆਪਾਂ ਗੱਲ ਕੀਤੀ ਸੀ, ਵਿਚਾਰ ਕੀਤੀ ਸੀ ਕਿ ਹਾਲਾਤ ਕਿਵੇਂ ਦੇ ਸੀ ਉਸ ਵੇਲੇ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਤੇ ਹਾਲਾਤਾਂ ਦੀ ਭਾਈ ਸਾਹਿਬ ਭਾਈ ਗੁਰਦਾਸ ਜੀ ਜਿਸ ਵੇਲੇ ਗੱਲ ਕਰਦੇ ਨੇ ਤੇ ਕਹਿੰਦੇ ਨੇ, ਭਾਈ ਗਲਤਾਨ ਜਗਤ ਵਿੱਚ 4 ਵਰਨ 4 ਆਸ਼ਰਮ ਉਪਾਏ। ਇਤਿਹਾਸਿਕ ਹਵਾਲਾ ਹੈ ਭਾਈ ਗੁਰਦਾਸ ਸਾਹਿਬ ਜੀ ਦਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਜਗਤ ਇੰਨਾ ਕੁ ਡਿੱਗ ਚੁੱਕਿਆ ਸੀ, ਇਹ ਜਗਤ ਇੰਨਾ ਕੁ ਵੰਡਿਆ ਜਾ ਚੁੱਕਿਆ ਸੀ
ਕਿ ਸਤਿਗੁਰੂ ਮਹਾਰਾਜ ਜੀ ਦੇ ਘਰ ਦੇ ਵੇਦ ਵਿਆਸ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਭਈ ਗਲਤਾਨ ਜਗਤ ਵਿੱਚ, ਗਲਤਾਨ ਡਿੱਗੇ ਹੋਇਆ ਸਮਾਜ ਦੀ ਹਾਲਤ ਸੀ। 4 ਵਰਨ 4 ਆਸ਼ਰਮ ਉਪਾਏ। ਮਨੁੱਖਤਾ ਨੂੰ 4 ਵਰਨਾਂ ਦੇ ਵਿੱਚ ਵੰਡਿਆ ਹੋਇਆ ਸੀ। 4 ਵਰਨ ਸੀ, ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼। 4 ਆਸ਼ਰਮ ਬਣਾ ਦਿੱਤੇ, ਬਾਲਪਨ ਬਣਾ ਦਿੱਤਾ, ਜਵਾਨੀ ਦਾ, ਬਾਨਪ੍ਰਸਥ ਦਾ, ਇਹ 4 ਤਰ੍ਹਾਂ ਦੇ ਆਸ਼ਰਮ ਬਣਾ ਦਿੱਤੇ। ਕਹਿਣ ਲੱਗੇ 10 ਨਾਮ ਸੰਨਿਆਸੀਆਂ, ਜੋਗੀ 12 ਪੰਥ ਚਲਾਏ। ਜਿਹੜੇ ਸੰਨਿਆਸੀ ਸੀ ਉਹਨਾਂ ਨੇ ਆਪਣੇ 10 ਫਿਰਕੇ ਬਣਾ ਲਏ ਸੰਨਿਆਸੀਆਂ ਨੇ। ਜੋਗੀਆਂ ਨੇ 12 ਬਣਾ ਲਏ, ਜੋਗੀਆਂ ਨੇ 12 ਫਿਰਕੇ ਆਪਣੇ ਬਣਾ ਲਏ। ਜੰਗਮ ਅਤੇ ਸਰੇਵੜੇ ਦਗੀ ਦਿਗੰਬਰਵਾਦ ਕਰਾਏ। ਜਿਹੜੇ ਜੋਗੀ ਸੀ, ਜੰਗਮ ਸੀ, ਸਰੇਵੜੇ ਸੀ, ਉਹਨਾਂ ਨੇ ਵਾਦ ਵਿਵਾਦ ਸ਼ੁਰੂ ਕਰ ਦਿੱਤਾ। ਬ੍ਰਾਹਮਣ ਬਹੁ ਪ੍ਰਕਾਰ ਕਰ, ਸ਼ਾਸਤਰ ਵੇਦ ਪੁਰਾਣ ਲੜਾਏ। ਤੇ ਬ੍ਰਾਹਮਣ ਨੇ ਕੀ ਕੀਤਾ? ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਸ਼ਾਸਤਰ ਤੇ ਵੇਦਾਂ ਦੀ ਆਪਸ ਦੇ ਵਿੱਚ ਲੜਾਈ ਕਰਾ ਦਿੱਤੀ। ਸਿਆਣਾ ਸੀ, ਪੜ੍ਹਿਆ ਲਿਖਿਆ ਸੀ, ਤੇ ਧਰਮ ਗ੍ਰੰਥਾਂ ਨੂੰ ਹੀ ਲੜਾਉਣਾ ਸ਼ੁਰੂ ਕਰ ਦਿੱਤਾ। ਖੱਟ ਦਰਸ਼ਨ ਬਹੁ ਵੈਰ ਕਰ, ਨਾਲ ਸ਼ਕਤੀ ਪਖੰਡ ਲਾਏ। ਖੱਟ ਕਹਿੰਦੇ ਨੇ ਸ਼ੇਰ ਨੂੰ। 6 ਸ਼ਾਸਤਰ ਜਿਹੜੇ ਸੀ ਉਹਨਾਂ ਦਾ ਬਸ ਇੰਨਾ ਕੁ ਕੰਮ ਹੀ ਰਹਿ ਗਿਆ ਕਿ ਉਹਨਾਂ ਦੇ ਉੱਤੇ ਵਿਚਾਰ ਚਰਚਾ ਹੀ ਹੁੰਦੀ ਪਈ ਸੀ। ਵਿਚਾਰਾਂ ਹੀ ਕੀਤੀਆਂ ਜਾ ਰਹੀਆਂ ਸੀ, ਵਾਦ ਵਿਵਾਦ ਕੀਤੇ ਜਾ ਰਹੇ ਸੀ, ਵਿਚਾਰ ਗੋਸ਼ਟੀਆਂ ਕੀਤੀਆਂ ਜਾ ਰਹੀਆਂ ਸੀ। ਖੱਟ ਦਰਸ਼ਨ ਬਹੁ ਵੈਰ ਕਰ, ਨਾਲ ਸ਼ਕਤੀ ਪਖੰਡ ਲਾਏ। ਕਈ ਤਰ੍ਹਾਂ ਦੇ ਨਾਲ ਪਖੰਡ ਰਲ ਗਏ, ਕਰਮ ਕਾਂਡ ਰਲ ਗਏ। ਤੰਤ ਮੰਤ ਰਸਾਇਣਾ, ਕਰਾਮਾਤ ਕਾਲਖ ਲਪਟਾਏ। ਜੰਤਰ ਮੰਤਰ ਤੰਤਰ, ਧਾਗੇ ਤਵੀਤ, ਨਿਛ ਮਾਰ ਲੈਣਾ, ਬਿੱਲੀ ਲੰਘ ਜਾਣੀ। ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਵਹਿਮ ਭਰਮਾਂ ਦੇ ਵਿੱਚ ਪੈ ਗਏ। ਇਕਸ ਤੇ ਬਹੁ ਰੂਪ ਕਰ, ਰੂਪ ਕਰੂਪੀ ਘਣੇ ਦਿਖਾਏ। ਕਲਯੁਗ ਅੰਦਰ ਭਰਮ ਭੁਲਾਏ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਇੱਥੋਂ ਤੱਕ ਜਗਤ ਦੀ ਹਾਲਤ ਵਿਗੜ ਚੁੱਕੀ ਸੀ। ਨਾ ਤਾਂ ਇੱਕ ਤਰ੍ਹਾਂ ਦਾ ਪਹਿਰਾਵਾ ਰਿਹਾ, ਨਾ ਇੱਕ ਤਰ੍ਹਾਂ ਦਾ ਖਾਣ ਪਾਨ ਰਿਹਾ, ਨਾ ਇੱਕ ਤਰ੍ਹਾਂ ਦੀ ਕੋਈ ਦੇਵੀ ਕਿਸੇ ਦੇਵਤੇ ਦੀ ਪੂਜਾ ਰਹੀ, ਨਾ ਇੱਕ ਗ੍ਰੰਥ ਨੂੰ ਮੰਨਦੇ ਰਹੇ, ਨਾ ਇੱਕ ਬੋਲੀ ਰਹੀ, ਨਾ ਇੱਕ ਜ਼ਾਤ ਰਹੀ। ਹਰ ਪਾਸੇ ਹੀ ਭਿੰਨਤਾ ਦਿਖਾਈ ਦੇਣ ਲੱਗ ਪਈ। ਔਰ ਇੱਕ ਵਿਦਵਾਨ ਇੱਥੋਂ ਤੱਕ ਲਿਖਦਾ ਹੈ, ਉਹ ਕਹਿੰਦਾ ਹੈ ਕਿ ਜਿਨ੍ਹਾਂ ਦੇ ਦੇਵੀ ਦੇਵਤੇ ਆਪਸ ਦੇ ਵਿੱਚ ਲੜਦੇ ਪਏ ਨੇ, ਜੰਗਾਂ ਕਰਦੇ ਪਏ ਨੇ, ਯੁੱਧ ਕਰਦੇ ਪਏ ਨੇ, ਕਹਿੰਦੇ ਉਹਨਾਂ ਨੂੰ ਮੰਨਣ ਵਾਲਿਆਂ ਦਾ ਹਾਲਾਤ ਕਿਵੇਂ ਦੇ ਹੋਣਗੇ? ਮੰਨਣ ਵਾਲਿਆਂ ਦੇ ਹਾਲਾਤ ਕੀ ਹੋ ਸਕਦੇ ਆ? ਕਹਿੰਦੇ ਅਸਲ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਜਿੱਥੇ ਮਜ਼ਹਬ ਕਰਕੇ, ਰੂਪ ਕਰਕੇ, ਰੰਗ ਕਰਕੇ, ਅਹੁਦੇ ਕਰਕੇ, ਨਸਲ ਕਰਕੇ, ਖਾਣ ਪੀਣ ਕਰਕੇ, ਧਰਮ ਗ੍ਰੰਥਾਂ ਕਰਕੇ, ਦੇਵੀ ਦੇਵਤੇ ਰਹਿਬਰਾਂ ਕਰਕੇ ਹਰੇਕ ਤਰ੍ਹਾਂ ਦੀ ਭਿੰਨਤਾ ਸੀ, ਭੇਦਭਾਵ ਸੀ। ਉੱਥੇ ਕਿਸੇ ਸੰਸਾਰ ਦੇ ਵਿੱਚ ਉਸ ਵਰਗੇ ਜਗਤ ਦੇ ਵਿੱਚ ਆ ਕੇ ਤੇ ਸੰਸਾਰ ਨੂੰ ਰੱਬ ਵਾਲੇ ਪਾਸੇ ਤੋਰਨਾ ਇੱਕ ਬੜੀ ਔਖੀ ਗੱਲ ਸੀ। ਤੇ ਉਸ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਹੋਣਾ ਹੈ। ਇੱਕ ਨਗਰ ਹੈ ਤਰਨਤਾਰਨ ਤੋਂ ਜਦੋਂ ਹਰੀਕੇ ਨੂੰ ਜਾਂਦੇ ਆ ਤੇ ਉਸ ਰਸਤੇ ਦੇ ਵਿੱਚ ਨਸ਼ਹਿਰਾ ਪੰਨੂਆ ਤੇ ਉਹਦੇ ਤੋਂ ਇੱਕ ਰਸਤਾ ਨਿਕਲਦਾ ਹੈ ਚੜ੍ਹਦੇ ਵਾਲੇ ਪਾਸੇ ਨੂੰ, ਉੱਤਰ ਪੂਰਬ ਦਿਸ਼ਾ ਨੂੰ। ਉੱਥੇ ਇੱਕ ਪਿੰਡ ਹੈ ਜਿੰਦਾ ਨਾਂ ਹੈ ਪੱਠੇਵਿੰਡ। ਪੱਠੇਵਿੰਡ ਪਿੰਡ ਦਾ ਨਾਂ ਹੈ। ਔਰ ਉਸ ਪੱਠੇਵਿੰਡ ਦੇ ਵਿੱਚ ਇੱਕ ਖੱਤਰੀ ਪਰਿਵਾਰ ਦਾ, ਇੱਕ ਬੇਦੀਆਂ ਦਾ, ਬੇਦੀ ਜ਼ਾਤ ਦੇ ਵਿੱਚੋਂ, ਖੱਤਰੀ ਜ਼ਾਤ ਦੇ ਵਿੱਚੋਂ ਬੇਦੀ ਉਹਨਾਂ ਦੀ ਕੁੱਲ ਹੈ ਤੇ ਰਾਮ ਨਾਰਾਇਣ ਉਹਦਾ ਨਾਂ ਹੈ। ਉਹਦੇ ਅੱਗੇ ਪੁੱਤਰ ਦਾ ਨਾਂ ਹੈ ਸ਼ਿਵ ਨਾਰਾਇਣ। ਸ਼ਿਵ ਨਾਰਾਇਣ ਦਾ ਵਿਆਹ ਹੁੰਦਾ ਹੈ ਬਨਾਰਸੀ ਦੇਵੀ ਦੇ ਨਾਲ। ਬਨਾਰਸੀ ਦੇਵੀ ਤੇ ਸ਼ਿਵ ਨਾਰਾਇਣ ਦੇ ਘਰ ਦੇ ਵਿੱਚ 2 ਪੁੱਤਰਾਂ ਨੇ ਜਨਮ ਲਿਆ। ਪਹਿਲੇ ਪੁੱਤਰ ਦਾ ਨਾਂ ਰੱਖਿਆ ਗਿਆ ਮਹਿਤਾ ਕਲਿਆਣ ਦਾਸ ਜੀ, ਜਿਹਨੂੰ ਅਸੀਂ ਬਾਬਾ ਕਾਲੂ ਜੀ ਵੀ ਕਰਕੇ ਕਹਿੰਦੇ ਸੀ, ਮਹਿਤਾ ਕਾਲੂ ਜੀ। ਦੂਸਰੇ ਪੁੱਤਰ ਦਾ ਨਾਂ ਸੀ ਲਾਲੂ ਜੀ।
ਮਹਿਤਾ ਸ਼ਬਦ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਆਪਣੀ ਹੀ ਬਾਣੀ ਦੇ ਵਿੱਚ ਆਸਾ ਕੀ ਵਾਰ ਦੇ ਵਿੱਚ ਵਰਤਿਆ ਹੈ, ਲੱਭ ਪਾਪ ਦੋਵੇਂ ਰਾਜਾ ਮਹਿਤਾ। ਜਦੋਂ ਤੁਸੀਂ ਖੱਤਰੀਆਂ ਦੀ ਜਿਹੜੀ ਸਬ ਕਾਸਟ ਨੂੰ ਤੁਸੀਂ ਦੇਖਦੇ, ਉਹਦੇ ਵਿੱਚ ਮਹਿਤਾ ਜਾਤ ਹੈ ਉਹਨਾਂ ਦੀ। ਮਹਿਤਾ ਇੱਕ ਗੋਤ ਕਹੀ ਜਾਂਦੀ ਹੈ, ਸਬ ਕਾਸਟ ਕਹੀ ਜਾਂਦੀ ਹੈ। ਪਰ ਇੱਕ ਬੰਦੇ ਦੀਆਂ ਦੋ ਸਬ ਕਾਸਟ ਨਹੀਂ ਹੋ ਸਕਦੀਆਂ, ਦੋ ਤਰ੍ਹਾਂ ਦੀ ਉਹਦੇ ਨਾਂ ਦੇ ਨਾਲ ਸਰਨੇਮ ਨਹੀਂ ਲੱਗ ਸਕਦੇ। ਇੱਕ ਪਾਸੇ ਉਹ ਬੇਦੀ ਨੇ ਤੇ ਦੂਸਰੇ ਪਾਸੇ ਮਹਿਤੇ ਨਹੀਂ ਹੋ ਸਕਦੇ ਸੀ। ਮੈਨੂੰ ਪੁੱਛਿਆ ਵੀ ਸੀ, ਸਵਾਲ ਵੀ ਪੁੱਛਿਆ ਸੀ, ਕਹਿੰਦੇ ਮਹਿਤੇ ਦਾ ਅਰਥ ਕੀ ਹੈ, ਮਹਿਤਾ ਕਿਉਂ ਕਹਿੰਦੇ ਸੀ। ਫਿਰ ਜਦੋਂ ਗੁਰਬਾਣੀ ਨੂੰ ਧਿਆਨ ਦੇ ਨਾਲ ਪੜ੍ਹੀਏ ਤੇ ਬਾਣੀ ਸਾਨੂੰ ਉੱਤਰ ਕਈ ਤਰ੍ਹਾਂ ਦੇ ਦੇ ਜਾਂਦੀ। ਜਿਹੜੇ ਸਾਡੇ ਮਨ ਦੇ ਵਿੱਚ ਸ਼ੰਕੇ ਹੁੰਦੇ ਨੇ, ਗੁਰਬਾਣੀ ਹੀ ਉਹਨਾਂ ਸ਼ੰਕਿਆਂ ਨੂੰ ਦੂਰ ਕਰਦੀ ਹੈ। ਜਦੋਂ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਪੜ੍ਹੀ ਦੀ ਹੈ ਤੇ ਉਹਦੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਲੱਭ ਪਾਪ, ਲੱਭ ਲੋਭ, ਲੱਭ ਚਸਕਾ, ਜੀਭ ਦਾ ਚਸਕਾ ਸਵਾਦ। ਲੱਭ ਪਾਪ, ਜਿਹੜਾ ਲੱਭ ਹੈ ਉਹ ਪਾਪ ਤੇ ਇਹ ਦੋ ਜਾਣੇ ਨੇ, ਇੱਕ ਹੈ ਰਾਜਾ ਤੇ ਇੱਕ ਹੈ ਮਹਿਤਾ। ਮਹਿਤਾ ਕਹਿੰਦੇ ਨੇ ਵਜ਼ੀਰ ਸਲਾਹਕਾਰ ਨੂੰ। ਕਹਿੰਦੇ ਨੇ ਪਾਪ ਰਾਜਾ ਬਣ ਕੇ ਬੈਠਾ ਹੈ ਤੇ ਲੋਭ ਜਿਹੜਾ ਹੈ, ਲੱਭ ਜਿਹੜਾ ਹੈ, ਜੀਭ ਦਾ ਚਸਕਾ ਜਿਹੜਾ ਹੈ, ਉਹ ਉਹਦਾ ਵਜ਼ੀਰ ਬਣ ਕੇ ਬੈਠਾ ਹੈ। ਇਸ ਕਰਕੇ ਉਹ ਵਜ਼ੀਰ ਵਾਸਤੇ ਮਹਿਤਾ ਸ਼ਬਦ ਵਰਤਿਆ ਜਾਂਦਾ ਸੀ ਪੁਰਾਣੇ ਸਮਿਆਂ ਦੇ ਵਿੱਚ। ਤੇ ਜਿਹੜਾ ਬਾਦਸ਼ਾਹ ਸੀ ਉਹਨੂੰ ਮੀਰ ਸ਼ਬਦ ਦੇ ਨਾਲ ਸੰਬੋਧਨ ਕਰਦੇ ਹੁੰਦੇ ਸੀ। ਬਾਦਸ਼ਾਹ ਨੂੰ ਮੀਰ ਕਹਿਣਾ ਤੇ ਜਿਹੜਾ ਵਜ਼ੀਰ ਸੀ ਉਹਨੂੰ ਮਹਿਤਾ ਕਹਿ ਦੇਣਾ। ਇਹਨਾਂ ਦੇ ਘਰ ਦੇ ਵਿੱਚ ਦੋ ਪੁੱਤਰਾਂ ਦਾ ਜਨਮ ਹੋਇਆ। ਬਨਾਰਸੀ ਦੇਵੀ ਜੀ ਉਹਨਾਂ ਦੀ ਮਾਤਾ ਜੀ ਨੇ, ਮਹਿਤਾ ਕਾਲੂ ਜੀ ਤੇ ਬਾਬਾ ਲਾਲੂ ਜੀ, ਇਹ ਦੋਨੋਂ ਭਰਾ ਨੇ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੇ ਕੁੱਲ ਦੀ ਗੱਲ ਕੀਤੀ ਜਾਵੇ ਤਾਂ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰੂ ਜੀ ਦੇ ਪਿਤਾ ਜੀ ਮਹਿਤਾ ਕਲਿਆਣ ਦਾਸ ਨੇ ਤੇ ਚਾਚਾ ਜੀ ਦਾ ਨਾਮ ਹੈ ਲਾਲੂ ਜੀ। ਇੱਕ ਲਾਗੇ ਹੀ ਨਗਰ ਹੈ ਜਾਮਾ ਰਾਏ। ਜਾਮਾ ਰਾਏ ਜਿਹੜਾ ਹੈ ਉਹ ਜਿਹਨੂੰ ਅਸੀਂ ਰਾਏ ਬੁਲਾਰ ਕਹਿੰਦੇ ਆ, ਉਹਦੇ ਦਾਦੇ ਦਾ ਨਾਮ ਹੈ ਜਾਮਾ ਰਾਏ। ਉਹਦਾ ਅੱਗੇ ਪੁੱਤਰ ਹੈ ਰਾਏ ਭੋਏ। ਰਾਏ ਭੋਏ ਜਿਹੜਾ ਸੀ ਉਹ ਪਾਕਿਸਤਾਨ ਦੇ ਵਿੱਚ, ਜਿਹੜਾ ਅਸੀਂ ਨਨਕਾਣਾ ਸਾਹਿਬ ਜਿਹਨੂੰ ਅੱਜ ਅਸੀਂ ਕਹਿੰਦੇ ਆ, ਉਹ ਉੱਥੇ ਗਿਆ ਤੇ ਇੱਕ ਨਗਰ ਵਸਾ ਦਿੱਤਾ ਆਪਣੇ ਹੀ ਨਾਮ ਤੇ, ਰਾਏ ਭੋਏ। ਤਲਵੰਡੀ ਰਾਏ ਭੋਏ ਦੀ ਤਲਵੰਡੀ ਨਾ, ਕਿਉਂਕਿ ਤਲਵੰਡੀਆਂ ਕਈ ਹੋ ਜਾਂਦੀਆਂ ਨੇ। ਅਸੀਂ ਸੁਲਤਾਨਪੁਰ ਲੋਧੀ ਨੂੰ ਜਾਂਦੇ ਹਾਂ, ਰਸਤੇ ਦੇ ਵਿੱਚ ਵੀ ਤਲਵੰਡੀ ਚੌਧਰੀਆਂ ਆ ਜਾਂਦਾ, ਹੋਰ ਕਈ ਤਲਵੰਡੀਆਂ ਨੇ। ਸੋ ਇਸ ਕਰਕੇ ਉੱਥੇ ਤਲਵੰਡੀ ਦਾ ਨਾਂ ਕੀ ਰੱਖਿਆ ਗਿਆ, ਰਾਏ ਭੋਏ ਦੀ ਤਲਵੰਡੀ। ਰਾਏਪੁਰ ਵੀ ਕਿਹਾ ਗਿਆ, ਰਾਏ ਭੋਏ ਦੀ ਤਲਵੰਡੀ ਵੀ ਉਹਨੂੰ ਕਿਹਾ ਗਿਆ। ਅੱਗੇ ਉਹਦਾ ਪੁੱਤਰ ਹੈ ਰਾਏ ਬੁਲਾਰ। ਰਾਏ ਬੁਲਾਰ ਅੱਤ ਦਾ ਪਿਆਰ ਕਰਦਾ ਹੈ ਮਹਿਤਾ ਕਾਲੂ ਨਾਲ। ਲਾਗੇ ਲਾਗੇ ਦੋਨੋਂ ਪਿੰਡ ਨੇ, ਪੱਠੇ ਪਿੰਡ ਵੀ ਲਾਗੇ ਪੈਂਦਾ ਹੈ ਤੇ ਜਾਮਾ ਰਾਏ ਵੀ ਲਾਗੇ ਇਸ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਪੈਂਦੇ ਨੇ। ਇਹਨਾਂ ਨੇ ਬੁਲਾਵਾ ਭੇਜ ਕੇ ਮਹਿਤਾ ਕਾਲੂ ਪਰਿਵਾਰ ਸਮੇਤ ਉੱਥੇ ਸੱਦ ਲਿਆ। ਮਹਿਤਾ ਕਾਲੂ ਜੀ ਉਸ ਨਗਰ ਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਸੀ ਉਹਨੂੰ ਖਾਸਮ ਖਾਸ ਵਜ਼ੀਰ ਲਾ ਲਿਆ, ਆਪਣੇ ਮੇਨ ਅਹੁਦੇ ਤੇ ਲਾ ਦਿੱਤਾ, ਪਟਵਾਰੀ ਦੀ ਕਾਰ ਸੌਂਪ ਦਿੱਤੀ। ਇਹ ਜਿਹੜਾ ਬਹਿਲੋਲ ਇੱਕ ਰਾਜਾ ਹੋਇਆ ਹੈ, ਬਹਿਲੋਲ ਇੱਕ ਦਸਤਗੀਰ ਪੀਰ ਵੀ ਹੋਇਆ ਹੈ ਜਿਹਨੂੰ ਗੁਰੂ ਨਾਨਕ ਦੇਵ ਮਹਾਰਾਜ ਮਿਲੇ, ਇਹਦਾ ਨਾਮ ਹੀ ਬਹਿਲੋਲ ਹੈ ਤੇ ਇਹ ਲੋਧੀ ਪਰਿਵਾਰ ਦੇ ਵਿੱਚੋਂ ਹੈ। ਇਹਦੇ ਰਾਜ ਦੇ ਵਿੱਚ ਬਹਿਲੋਲ ਲੋਧੀ ਨੇ ਰਾਏ ਬੁਲਾਰ ਨੂੰ ਤਲਵੰਡੀ ਦਾ ਇਲਾਕਾ ਜਿਹੜਾ ਸੀ ਉਹ ਸੌਂਪ ਦਿੱਤਾ। ਰਾਏ ਭੋਏ ਦੀ ਤਲਵੰਡੀ ਦਾ ਉਹਨੂੰ ਨਵਾਬ ਲਾ ਦਿੱਤਾ। ਬੜਾ ਤਕੜਾ ਹੁੰਦਾ ਜ਼ਿਮੀਂਦਾਰਾ ਚੱਲ ਪਿਆ। ਇਸ ਧਰਤੀ ਦੇ ਉੱਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੁਣ ਪ੍ਰਕਾਸ਼ ਹੋਣਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦੇ ਪ੍ਰਥਾਏ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਇਸ ਤਰ੍ਹਾਂ ਸੀ ਜਿਵੇਂ ਮੁੱਦਤਾਂ ਤੋਂ ਹਨੇਰਾ ਹੋਵੇ ਤੇ ਉਸ ਹਨੇਰੇ ਦੇ ਵਿੱਚ ਇੱਕਦਮ ਜਦੋਂ ਸੂਰਜ ਨਿਕਲ ਆਵੇ, ਇੱਕਦਮ ਚਾਨਣ ਹੋ ਜੇ ਤੇ ਉਹ ਮੁੱਦਤਾਂ ਦਾ, ਹਜ਼ਾਰਾਂ ਸਾਲਾਂ ਦਾ ਹਨੇਰਾ ਸੀ, ਇੱਕ ਛਿਣ ਦੇ ਵਿੱਚ ਦੂਰ ਹੋ ਗਿਆ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕਹੇ, ਸਤਿਗੁਰੂ ਨਾਨਕ ਪ੍ਰਗਟਿਆ। ਸ਼ਬਦ ਉਹਨਾਂ ਨੇ ਕਿਹਾ ਪ੍ਰਗਟ ਹੋਏ ਨੇ ਗੁਰੂ ਨਾਨਕ ਦੇਵ ਮਹਾਰਾਜ। ਉਹਨਾਂ ਨੇ ਜਨਮ ਸ਼ਬਦ ਨਹੀਂ ਵਰਤਿਆ, ਹਾਲਾਂਕਿ ਗੁਰੂ ਅਰਜਨ ਦੇਵ ਮਹਾਰਾਜ ਜਨਮ ਸ਼ਬਦ ਵਰਤਦੇ ਨੇ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਜੰਮਿਆ ਪੂਤ ਭਗਤ ਗੋਬਿੰਦ ਕਾ, ਉਸ ਪਰਮਾਤਮਾ ਦਾ ਪੁੱਤਰ। ਜਦੋਂ ਪਹਿਲੋਂ ਦਾ ਸਮਾਂ ਦੇਖਿਆ ਜਾਂਦਾ ਸੀ, ਕਹਿੰਦੇ ਉਸ ਵੇਲੇ ਜਿਹੜੇ ਤਾਂ
वेदांती सी। वेदांती का अर्थ है वेदां नूं मनण वाले। वेदांती का अर्थ है जिहड़े वेदां दे पाठी होवन, वेदां का ज्ञान रखण वाले होवन, समझ रखण वाले होवन। जिन्ना साडे अकाल तख्त साहिब के साबका जथेदार भी सी जोगिंदर सिंह जी वेदांती लाउंदे सी, क्योंकि उन्होंने वेदांत की बहुत सारी समझ है, व्याकरण तो बहुत सियाणे ने। वेदांती जदों सब तो अखीरली अवस्था ते पहुँच जाता है, उच्चली अवस्था ते पहुँच जाता है, तो उनके मुख तो एक शब्द निकलता है अहं ब्रह्मस्य। शब्द की निकलता है अहं। अहंग का मतलब होंदा मैं, ब्रह्मस्य मैं ब्रह्म का रूप हो गया। जदों सूफी शिखर ते पहुँचता है तो उस वेले उनके मुख ते बचन जिहड़े निकलते हैं वो होंदे ने अनल हक। अनल हक, मैं हक हो गया, मैं सच हो गया, मैं खुदा का रूप हो गया। हालांकि इस्लाम दे विच इस शब्द नूं जे कोई कहंदा तो उन्होंने मौत की सज़ा भी दी जाती है। मंसूर ने अनल हक का नारा लाया सी, उन्होंने सूली के उत्ते चाड़ दिता सी, उन्होंने खत्म कर दिता गया सी। उस वेले कोई ये गल कहंदा सी कि मैं खुदा का रसूल हाँ, कोई कहता पिया सी मैं खुदा का पुत्र हाँ, जिमें हजरत ईसा कहते सी मैं खुदा का पुत्र हाँ, जिमें मुहम्मद साहब कहते सी मुहम्मद रसूल अल्लाह, कि मैं अल्लाह का रसूल हाँ। पर कहते गुरु नानक देव महाराज पातशाह जी 3 सुदी विसाख नूं सन 15 संमत 1526 सन 1469 धन गुरु नानक देव महाराज जी का प्रकाश हुंदा है राय भोए की तलवंडी के उपर। सतगुरु महाराज जी का अमृत वेले सतगुरु महाराज प्रकाश होया, प्रगट होए सतगुरु महाराज। तो जिस वेले कहते सतगुरु गुरु नानक देव महाराज प्रगट होए तो जिन्ने उस नगर दे विच रोगी रहिंदे सी सब दे रोग ठीक हो गए। गुरु नानक देव महाराज प्रगट होंदे ने, जिन्नियां दे जीवन दे विच कई सालां दी दलिद्रता सी वो धनवान हो गए। कहंदे वो धरती इवें सी, कहंदे जिस ने भी गुरु नानक दे दर्शन कीते वो भागां वाले हो गए। उत्थे एक पिछे घटना मिलती है, कहंदे एक दाई है जिंदा नाम है दौलतां, है बेचारी अत दी गरीब, गरीबरी जी है बेचारी दा, जीवन का गुजारा भी मसां ही चलता पिया है। तो वो दाई अक्सर जदों मेहता कालू जी नूं मिलदी सी तो उस वेले उन्हें कहना मेहता जी तुसी अमीर हो, तुहाडे घर दे विच बहुत कुछ है। कहंदी मैनू मेरी माँ ने मेरा नाम दौलतां रख दिता, पर अज तक मैं दौलत कदी नहीं देखी, अज तक नहीं दौलत देखी। लोगों के घर दे विच मैं खुशियां वंड के आने, मेरे हत्थां दे राही सैकड़े बच्चों ने जन्म लिया है, लोग खुश होंदे ने, वाजे वजाए जाते हैं, मैनू अपने तन तो लथे हुए कपड़े देंदे ने ते मैं वो पा के ते गुजारा करदी हाँ। कई बारी रोटी दे भी लाले पे होंदे ने, रोटी भी खाण नूं नहीं मिलती। ना दौलतां रखिया, पर मैनू गिला बहुत रहिंदा कि माँ तू ना कोई होर रख देंदी, ना दौलतां ते पैसा कदी मैं देखिया कोई नहीं, दौलत दा मूँह ही नहीं देखिया। मेहता कालू नूं जदों मिलना, घर दे विच एक सपुत्री का जन्म पहलों हो चुका है, जिन्हों असीं सत्कार दे नाल बेबे नानकी जी आखदे हैं। नानकिਆਂ दे विच जन्म होया, चाहल पिंड नानके सी ते नानकिਆਂ 'ਚ जन्म होया। नानकिਆਂ नूं प्यारी बड़ी लगी, उन्हां कहा नानकी नानकिਆਂ दी प्यारी है। घर दे विच दूसरा बच्चे का हुण जन्म होना है, 4 साल बेबे नानकी जी गुरु नानक तो वड्डे ने। कहंदी कालू जो तेरे घर दे विच खुशी आएगी तो मैनूं तू रजा के भेजी, मैनूं चाहिदा है कि मैं दौलत का एक बार चंगी तरह मरन तो पहले मूँह ते वेख लवां। कहंदे जिस दिन गुरु नानक देव महाराज पातशाह जी का प्रकाश होया, कहंदे 8 मुखा लोग दीवा उस वेले जगाउंदे हुंदे सी, 8 बत्तियां वाला। घर दे विच चानण रवे, तड़के का अमृत वेले का समा सी, रात का चौथा पैर जिन्हों असीं कहने आ। तो कहते इवें गुरु नानक का प्रकाश सी कि गुरु नानक प्रगट होंदे पे ते वो दीवे का प्रकाश भी मध्यम पै गया गुरु नानक के प्रकाश के सामने। सब तो पहला गुरु नानक ने वडियाई औरत नूं दिती, इस्त्री नूं दिती। जे गुरु नानक के सब तो पहलों दर्शन किसी ने कीते
ਤੇ ਉਹ ਦਾਈ ਦੌਲਤਾਂ ਸੀ। ਇੱਕ ਦਾਈ ਦਾ ਹੋਰ ਜ਼ਿਕਰ ਆਉਂਦਾ, ਦਾਈ ਤੁਲਸਾਂ। ਦੋ ਦਾਈਆਂ ਨੇ ਉੱਥੇ ਮੌਜੂਦ। ਜਿਸ ਮਾਂ ਦਾ ਨਾਂ ਤ੍ਰਿਪਤਾ ਸੀ, ਦੁਨੀਆ ਦੀ ਹਰ ਭੁੱਖ ਮਿਟ ਜਾਂਦੀ ਜਿਸ ਦੇ ਘਰ ਦੇ ਵਿੱਚ ਨਾਨਕ ਆ ਜਾਏ। ਅੱਜ ਵੀ ਜੇ ਅਸੀਂ ਨਾਨਕ ਨੂੰ ਯਾਦ ਕਰਦੇ ਹਾਂ ਤੇ ਨਾਨਕ ਅੰਦਰ ਦੀ ਭੁੱਖ ਨੂੰ ਖਤਮ ਕਰ ਦਿੰਦਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਪ੍ਰਗਟ ਹੋਏ, ਤ੍ਰਿਪਤਾ ਮਾਂ ਸਦਾ ਵਾਸਤੇ ਤ੍ਰਿਪਤ ਹੋ ਗਏ। ਦਾਈ ਦੌਲਤਾਂ ਨੇ ਜਦੋਂ ਦਰਸ਼ਨ ਕੀਤੇ, ਕਹਿੰਦੀ ਅਕਸਰ ਬਾਹਰ ਆਏ ਜਦੋਂ, ਤੇ ਕਹਿੰਦੀ ਜਦੋਂ ਨਾਨਕ ਨੂੰ ਮੈਂ ਦੇਖਿਆ, ਬਾਲਕ ਦਾ ਅਸੀਂ ਨਾਮ ਅਜੇ ਨਹੀਂ ਰੱਖਿਆ, 9ਵੇਂ ਦਿਨ ਨਾਮ ਰੱਖਦੇ ਪਏ ਨੇ। ਕਹਿੰਦੇ ਬਾਲਕ ਦੀ ਇੱਕ ਉਂਗਲ ਖੜੀ ਸੀ ਜਦੋਂ ਆਇਆ। ਕਹਿੰਦੀ ਜਦੋਂ ਮੈਂ ਦੇਖਿਆ ਉਹ ਇਵੇਂ ਲੱਗਦਾ ਸੀ ਜਿਵੇਂ ਕੋਈ ਬਜ਼ੁਰਗ ਹੋਵੇ ਤੇ ਮੇਰੇ ਨਾਲ ਗੱਲਾਂ ਕਰਦਾ ਪਿਆ ਹੋਵੇ। ਗੁਰੂ ਨਾਨਕ ਦੇਵ ਮਹਾਰਾਜ ਅੱਜ ਪ੍ਰਗਟ ਹੁੰਦੇ ਨੇ ਤੇ ਕਹਿੰਦੇ ਇਵੇਂ ਲੱਗਦਾ ਸੀ ਕਿ ਜਿਵੇਂ ਉਹ ਬੱਚਾ ਨਹੀਂ, ਉਹ ਕੋਈ ਬਿਰਧ ਹੈ ਤੇ ਮੇਰੇ ਨਾਲ ਗੱਲਾਂ ਕਰਦਾ ਪਿਆ ਹੈ। ਹੁਣ ਅੱਖਾਂ ਪਾਣੀ ਦੇ ਨਾਲ ਭਰੀਆਂ ਨੇ। ਉਧਰ ਬਾਹਰ, ਕਿਉਂਕਿ ਅੱਜ ਵਾਲੇ ਸਮੇਂ ਨਹੀਂ ਸੀ ਨਾ, ਅੱਜ ਤਾਂ ਚਲੋ ਕੋਈ ਉਸ ਤਰ੍ਹਾਂ ਦੀ ਸ਼ਰਮ ਜਾਂ ਕੋਈ ਉਹ ਪਰਦੇ ਨਹੀਂ ਰਹਿ ਗਏ, ਪਰ ਉਸ ਵੇਲੇ ਘਰ ਵਾਲਾ ਅੰਦਰ ਨਹੀਂ ਸੀ ਜਾ ਕੇ ਦੇਖਦਾ ਕਿ ਬੱਚਾ ਹੋਇਆ, ਕੀ ਹੋਇਆ, ਕਿੰਨਾ ਹੋਇਆ, ਕੀ ਨਾਂ ਸੀ, ਕਿਵੇਂ ਸੀ। ਨਹੀਂ, ਉਹ ਬਾਹਰ ਵਿਹੜੇ ਦੇ ਵਿੱਚ ਇੱਕ ਮੰਜੇ ਦੇ ਉੱਤੇ ਕੱਪੜੇ ਰੱਖੇ ਹੋਏ ਨੇ, ਇੱਕ ਪਾਸੇ ਦਾਣਿਆਂ ਦਾ ਢੇਰ ਲਾਇਆ ਤੇ ਥਾਲ ਜਿਹੜਾ ਹੈ ਉਹ ਪੈਸਿਆਂ ਦਾ ਭਰ ਕੇ ਰੱਖਿਆ ਹੋਇਆ ਹੈ। ਜਦੋਂ ਖਬਰ ਮਿਲ ਗਈ ਕਿ ਘਰ 'ਚ ਪੁੱਤਰ ਹੋਇਆ, ਖੁਸ਼ ਬਹੁਤ ਹੈ। ਖਬਰ ਮਿਲੀ, ਉਧਰੋਂ ਦਾਈ ਦੌਲਤਾਂ ਬਾਹਰ ਆਈ। ਅੱਖਾਂ ਉਹਦੀਆਂ ਸੇਜਲ ਜੀਆਂ ਦੇਖ ਕੇ ਤੇ ਮਨ ਡਰਿਆ। ਕਹਿਣ ਲੱਗਾ, ਦੌਲਤਾਂ ਸੱਚ ਦੱਸਣ ਤਾਂ ਸਭ ਠੀਕ ਆ, ਬੱਚਾ ਠੀਕ ਹੈ, ਉਹਦੀ ਮਾਂ ਠੀਕ ਹੈ? ਉਹਨੇ ਕਿਹਾ ਹਾਂ ਬਿਲਕੁਲ ਠੀਕ ਹੈ। ਕਹਿੰਦਾ ਝੂਠ ਨਾ ਬੋਲੀ, ਤੇਰੀਆਂ ਅੱਖਾਂ ਕੁਝ ਹੋਰ ਕਹਿੰਦੀਆਂ ਪਈਆਂ ਨੇ। ਕਹਿੰਦੀ ਨਹੀਂ, ਇਹ ਖੁਸ਼ੀ ਦੇ ਅਥਰੂ ਨੇ, ਮੈਨੂੰ ਖੁਸ਼ੀ ਬਹੁਤ ਹੈ। ਅੱਜ ਤੇਰੇ ਪੁੱਤਰ ਨੂੰ ਦੇਖਿਆ, ਮੈਂ ਇਸ ਤਰ੍ਹਾਂ ਦਾ ਬਾਲਕ ਕਦੀ ਨਹੀਂ ਦੇਖਿਆ, ਜਿਹੜਾ ਜੰਮਿਆ ਉਹ ਰੋਂਦਾ ਹੋਇਆ ਜੰਮਿਆ। ਇਹਦੇ ਚਿਹਰੇ ਤੇ ਮੁਸਕਾਨ ਸੀ, ਇਹ ਹੱਸਦਾ ਹੋਇਆ ਜਗਤ ਦੇ ਵਿੱਚ ਆਇਆ। ਉਹਨੇ ਕਿਹਾ ਦੌਲਤਾਂ ਝੋਲੀ ਕਰ, ਅੱਜ ਮੈਂ ਤੈਨੂੰ, ਤੂੰ ਮੈਨੂੰ ਕਹਿੰਦੀ ਸੀ ਮੈਂ ਦੌਲਤ ਨਹੀਂ ਦੇਖੀ, ਅੱਜ ਮੈਂ ਤੈਨੂੰ ਰਜਾ ਕੇ ਭੇਜਣਾ। ਉਹਨੇ ਮਨਾ ਕਰਤਾ, ਕਹਿੰਦੀ ਨਹੀਂ ਝੋਲੀ ਨਹੀਂ ਅੱਜ ਕਰਨੀ। ਕਹਿੰਦਾ ਲੈਣਾ ਕੁਝ ਨਹੀਂ। ਕਹਿੰਦੀ ਨਹੀਂ, ਅੱਜ ਮੈਂ ਸੱਚੀ ਮੁੱਚੀ ਭਾਗਾਂ ਵਾਲੀ ਹੋ ਗਈ, ਅੱਜ ਮੈਂ ਦੌਲਤ ਵਾਲੀ ਹੋ ਗਈ। ਕਹਿੰਦੀ ਜੋ ਦੌਲਤ ਤੇਰੇ ਮੈਨੂੰ ਪੁੱਤਰ ਨੇ ਅੱਜ ਦੇ ਦਿੱਤੀ ਹੈ ਨਾ, ਉਹ ਦੌਲਤ, ਆ ਪੈਸੇ ਦਾ ਢੇਰ, ਆ ਕੱਪੜੇ, ਇਹ ਵੀ ਨਹੀਂ ਪੂਰੇ ਕਰ ਸਕਦੇ। ਉੱਥੇ ਜਦੋਂ ਦੂਸਰੀ ਦਾਈ ਦਾ ਜ਼ਿਕਰ ਆਉਂਦਾ, ਕਹਿੰਦੇ ਉਸ ਵੇਲੇ ਫਿਰ ਉਹਨੇ ਮਹਿਤਾ ਕਾਲੂ, ਕਸਤੂਰੀ ਬੜੀ ਮਹਿੰਗੀ ਤੇ ਖੁਸ਼ਬੂਦਾਰ ਹੁੰਦੀ ਹੈ। ਕਹਿੰਦੇ ਉਹਨੇ ਕਸਤੂਰੀ ਕੱਢ ਕੇ ਜਿੰਨੇ ਉੱਥੇ ਸੇਵਾਦਾਰ ਸੀ, ਜਿੰਨੇ ਉੱਥੇ ਹੋਰ ਨਾਲ ਉੱਥੇ ਸੇਵਾ ਕਰਨ ਵਾਲੇ ਸੀ, ਉਹਨਾਂ ਸਭ ਨੂੰ ਥੋੜ੍ਹੀ ਥੋੜ੍ਹੀ ਕਸਤੂਰੀ ਦਿੱਤੀ। ਤੁਲਸਾ ਨੇ ਕਿਹਾ ਸੀ, ਕਹਿਣ ਲੱਗੀ ਮਹਿਤਾ ਕਾਲੂ, ਜਿਵੇਂ ਤੂੰ ਆ ਕਸਤੂਰੀ, ਆ ਖੁਸ਼ਬੂ ਵੰਡਦਾ ਪਿਆ ਹੈ ਨਾ, ਸਾਨੂੰ ਇਵੇਂ ਲੱਗਦਾ ਤੇਰੇ ਪੁੱਤਰ ਨੇ ਜਗਤ ਨੂੰ ਇਵੇਂ ਖੁਸ਼ਬੂ ਵੰਡ ਦੇਣੀ ਹੈ। ਔਲ ਲੈ ਕੇ ਗਈ, ਮਾਂ ਦੀ ਔਲ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਹ ਔਲ, ਜਿਹਦੇ ਵਿੱਚ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ 10 ਮਹੀਨੇ ਸਤਿਗੁਰੂ ਮਹਾਰਾਜ ਰਹੇ ਨੇ। ਜਦੋਂ ਲੈ ਕੇ ਗਈ ਤੇ ਪ੍ਰਾਚੀਨ ਪੰਥ ਪ੍ਰਕਾਸ਼ ਲਿਖਦਾ ਹੈ, ਜਾਂ ਪੁਰਾਤਨ ਜਨਮ ਸਾਖੀ ਦਾ ਕਰਤਾ ਕਹਿੰਦਾ, ਜਿਸ ਵੇਲੇ ਔਲ ਦੱਬਣ ਵਾਸਤੇ ਮਿੱਟੀ ਪੁੱਟੀ ਗਈ, ਔਲ ਨੂੰ ਰੱਖਿਆ, ਕਹਿੰਦੇ ਉਹ ਜੰਗਲ, ਉਹ ਉਜਾੜ ਦਾ ਇਲਾਕਾ ਇਵੇਂ ਰੁਸ਼ਨਾ ਗਿਆ ਜਿਵੇਂ ਬੜਾ ਪਤਾ ਨਹੀਂ ਕਿੰਨੇ ਕੁ ਉੱਥੇ ਸੂਰਜ ਚੜ੍ਹੇ ਹੋਣ। ਕਹਿੰਦੇ ਉਸ ਵੇਲੇ ਉਸ ਜਗ੍ਹਾ ਤੇ ਦੇਵਤਿਆਂ ਨੇ ਵੀ ਵਰਖਾ ਕੀਤੀ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਜਿਹੜਾ ਵੀ ਚੁੱਕਦਾ ਹੈ ਉਹਦੇ ਹੀ ਮੱਥੇ ਦੇ ਭਾਗ ਖੁੱਲ ਜਾਂਦੇ ਆ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਜਿਹਨੂੰ ਸਪਰਸ਼ ਜਿਹੜਾ ਵੀ ਕਰਦਾ, ਕਿਉਂਕਿ ਇਹਦੇ ਬਾਲ ਅਵਸਥਾ ਹੈ ਨਾ, ਤੇ ਜਿਹੜਾ ਵੀ ਸਪਰਸ਼ ਕਰਦਾ ਹੈ ਉਹਦਾ ਜੀਵਨ ਬਦਲਦਾ ਪਿਆ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਨ। ਅਗਲਾ ਇਤਿਹਾਸ ਕੱਲ੍ਹ ਨੂੰ। ਗੁਰੂ ਰਾਮਦਾਸ ਮਹਾਰਾਜ ਜੀ ਨੇ ਅੱਜ ਕਿਰਪਾ ਕੀਤੀ। ਰਾਗ ਸੂਹੀ ਹੈ, ਅੰਗ 733 ਹੈ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ, ਜਿੱਥੇ ਹਰ ਆਰਾਧੀ ਤਿੱਥੇ ਹਰ ਮਿੱਤ ਸਹਾਈ। ਜਿੱਥੇ ਵੀ ਤੂੰ ਗੁਰੂ ਨੂੰ ਯਾਦ ਕਰੇਗਾ, ਗੁਰੂ ਉੱਥੇ ਹੀ ਤੇਰੀ ਸਹਾਇਤਾ ਕਰੇਗਾ। ਸਤਿਗੁਰੂ ਮਹਾਰਾਜ ਕਹਿੰਦੇ, ਗੁਰ ਕਿਰਪਾ ਤੇ ਹਰ ਮਨ ਵਸੇ, ਹੋਰਤ ਬਿਦ ਲਿਆ ਨਾ ਜਾਈ। ਗੁਰੂ ਦੀ ਕਿਰਪਾ ਦੇ ਨਾਲ ਉਹ ਮਨ ਦੇ ਵਿੱਚ ਆ ਕੇ ਵਸ ਜਾਂਦਾ ਹੈ। ਤੇ ਹੋਰਤ ਬਿਦ ਦੇ ਅਰਥ ਹੁੰਦੇ ਨੇ ਕਿ ਹੋਰ ਕੋਈ ਤਰੀਕਾ ਨਹੀਂ ਉਹਨੂੰ ਮਿਲਣ ਦਾ। ਜੇ ਮਿਲਣਾ ਹੈ ਤੇ ਸਤਿਗੁਰੂ ਮਹਾਰਾਜ ਕਹਿੰਦੇ ਗੁਰ ਕਿਰਪਾ ਤੇ, ਗੁਰੂ ਦੀ ਕਿਰਪਾ ਰਾਹੀਂ ਹੀ ਉਹਦਾ ਮਿਲਾਪ ਹੁੰਦਾ ਹੈ। ਸਤਿਗੁਰੂ ਮਹਾਰਾਜ ਅੱਗੇ ਕਹਿੰਦੇ ਨੇ, ਹਾਰ ਧਨ ਸੰਚੀਏ ਪਾਏ। ਹੇ ਮੇਰੇ ਭਰਾ, ਹੇ ਮੇਰੇ ਵੀਰਾ,
ਭਰਾਵਾ ਜੇ ਇਕੱਠਾ ਹੀ ਕਰਨਾ ਹੈ ਨਾ ਕੁਛ, ਜੇ ਧਨ ਇਕੱਠਾ ਕਰਨਾ ਹੈ ਤੇ ਕਹਿੰਦੇ ਨਾਮ ਦਾ ਧਨ ਇਕੱਠਾ ਕਰਨਾ ਸ਼ੁਰੂ ਕਰੋ। ਜੇ ਹਲਤ ਪਲਤ ਹਰ ਹੋਏ ਸਖਾਈ, ਹਲਤ ਪਲਤ ਕਹਿੰਦੇ ਨੇ ਲੋਕ ਤੇ ਪਰਲੋਕ ਨੂੰ, ਦੀਨ ਤੇ ਦੁਨੀ ਨੂੰ। ਸਤਿਗੁਰੂ ਮਹਾਰਾਜ ਕਹਿੰਦੇ ਉਹ ਧਨ ਇਕੱਠਾ ਕਰ ਜਿਹੜਾ ਇੱਥੇ ਕੰਮ ਆਵੇ ਤੇ ਜਦੋਂ ਤੂੰ ਇੱਥੋਂ ਜਾਵੇਂ ਤੇਰੇ ਨਾਲ ਤੁਰ ਸਕੇ। ਰਹਾਉ ਵਿਸ਼ਰਾਮ ਦਿੰਦੇ ਨੇ, ਸਤ ਸੰਗਤੀ ਸੰਗ ਹਰ ਤਨ ਖੱਟੀਐ, ਹੋਰ ਥੈ ਹੋਰਤ ਉਪਾਏ, ਹਰ ਤਨ ਕਿਤੇ ਨਾ ਪਾਈ। ਸਤ ਸੰਗਤੀ ਸੰਗ, ਸੰਗਤ ਦੇ ਸੰਗ ਕਰਨ ਦੇ ਨਾਲ ਹਰ ਤਨ ਮਿਲ ਜਾਂਦਾ ਹੈ, ਹਰ ਤਨ ਖੱਟੀਐ। ਹੋਰਤ ਥੈ, ਹੋਰ ਕੋਈ ਐਸੀ ਥਾਂ ਨਹੀਂ, ਹੋਰਤ ਉਪਾਏ, ਹੋਰ ਕੋਈ ਇਸ ਤਰ੍ਹਾਂ ਦਾ ਢੰਗ ਤਰੀਕਾ ਨਹੀਂ। ਹਰ ਤਨ ਕਿਤੇ ਨਾ ਪਾਈ, ਇਹ ਨਾਮ ਦਾ ਤਨ ਹੋਰ ਥਾਂ ਨਹੀਂ ਮਿਲਦਾ, ਕੇਵਲ ਸੰਗਤ ਦੇ ਵਿੱਚੋਂ ਮਿਲਦਾ ਹੈ ਤੇ ਗੁਰੂ ਦੇ ਰਾਹੀਂ ਮਿਲਦਾ ਹੈ। ਹਰ ਰਤਨੇ ਕਾ ਵਪਾਰੀਆ, ਹਰ ਰਤਨ ਧਨ ਵਿਹਾਂਜੇ। ਜਿਹੜੇ ਤਾਂ ਰਤਨਾਂ ਦੇ ਵਪਾਰੀ ਹੁੰਦੇ ਨੇ, ਰਤਨ ਦੇ ਇੱਥੇ ਅਰਥ ਨੇ ਨਾਮ ਦਾ ਵਪਾਰੀ ਜਿਹੜਾ ਹੈ, ਜਿਹਦੇ ਮਨ ਦੇ ਵਿੱਚ ਨਾਮ ਜਪਣ ਦੀ ਇੱਛਾ ਪੈਦਾ ਹੋ ਗਈ। ਕਹਿੰਦੇ ਉਹ ਹਰ ਰਤਨੇ ਕਾ ਵਪਾਰੀ ਹੈ, ਹਰ ਰਤਨ ਧਨ ਵਿਹਾਂਜੇ। ਉਹ ਫਿਰ ਨਾਮ ਦਾ ਧਨ ਇਕੱਠਾ ਕਰਦਾ। ਉਹਨੂੰ ਇਹ ਹੁੰਦਾ ਹੈ ਕਿ ਮੇਰਾ ਕੋਈ ਵੀ ਸਵਾਸ ਜਿਹੜਾ ਹੈ ਉਹ ਵਿਅਰਥ ਨਾ ਚਲੇ ਜਾਵੇ, ਅਜ਼ਾਈ ਨਾ ਕਿਤੇ ਚਲੇ ਜਾਵੇ। ਫਿਰ ਕਹਿੰਦੇ ਕੱਚੇ ਕੈ ਵਪਾਰੀਏ, ਵਾਕ ਹਰ ਧਨ ਲਿਆ ਨਾ ਜਾਈ। ਵਾਕ ਕਹਿੰਦੇ ਨੇ ਗੱਲ ਬਾਤਾਂ ਨਾਲ। ਜਿਹੜਾ ਬੰਦਾ ਕੱਚਾ ਧਨ ਇਕੱਠਾ ਕਰਦਾ ਹੈ, ਕੇਵਲ ਦੁਨਿਆਵੀ ਧਨ ਤੱਕ ਜਿੰਦੀ ਦੌੜ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਧਨ ਜਿਹੜਾ ਹੈ ਇਹ ਲਿਆ ਨਾ ਜਾਈ। ਹਰ ਧਨ ਇਹਦੇ ਨਾਲ ਨਹੀਂ ਖਰੀਦਿਆ ਜਾ ਸਕਦਾ। ਜਿਵੇਂ ਅਸੀਂ ਕਈ ਵਾਰੀ ਕਹਿੰਦੇ ਹਾਂ ਨਾ, ਚਲੋ ਸਤਿਗੁਰੂ ਦੇ ਅੱਗੇ ਭੇਟਾ ਰੱਖਣਾ, ਕਿਉਂਕਿ ਗੁਰੂ ਦੇ ਦਿੱਤੇ ਵਿੱਚੋਂ ਹੀ ਅਸੀਂ ਭੇਟ ਕਰਦੇ ਹਾਂ। ਦਸਵੰਧ ਦੀ ਮਰਿਆਦਾ ਸਤਿਗੁਰੂ ਮਹਾਰਾਜ ਨੇ ਸਾਨੂੰ ਬਖਸ਼ੀ ਹੋਈ ਹੈ। ਪਰ ਜੇਕਰ ਕੋਈ ਇਹ ਸੋਚੇ ਕਿ ਮੈਂ ਪੈਸੇ ਦੇ ਕੇ ਤੇ ਨਾਮ ਮੈਨੂੰ ਮਿਲ ਜੇ, ਅਰਦਾਸ ਕਰਕੇ ਕਹੀਏ ਮਹਾਰਾਜ ਆ ਮੈਂ 1100 ਕਹਿ ਦਿੱਤਾ, ਲੱਖ ਰੁਪਇਆ ਦੇ ਦਿੱਤਾ, ਨਾਮ ਮਿਲ ਜੇ, ਇਸ ਤਰ੍ਹਾਂ ਨਾਮ ਨਹੀਂ ਮਿਲ ਸਕਦਾ। ਨਾਮ ਕਿਵੇਂ ਮਿਲੇਗਾ? ਸੰਗਤ ਵਿੱਚ ਬੈਠ ਕੇ ਸੰਗਤ ਕੀਤਿਆਂ, ਗੁਰੂ ਦੇ ਅੱਗੇ ਅਰਦਾਸ ਕੀਤੀ, ਸਤਿਗੁਰੂ ਮਹਾਰਾਜ ਤੁਸੀਂ ਕਿਰਪਾ ਕਰਕੇ ਨਾਮ ਦੀ ਦਾਤ ਦੇ ਸਕਦੇ ਹੋ। ਕੁਝ ਉਦਮ ਆਪ ਕਰਨਾ ਪਏਗਾ, ਅੰਮ੍ਰਿਤ ਵੇਲੇ ਉੱਠ ਕੇ ਜਪਣਾ ਪਏਗਾ। ਸਤਿਗੁਰੂ ਮਹਾਰਾਜ ਕਹਿੰਦੇ ਗੱਲਾਂ ਬਾਤਾਂ ਨਾਲ ਨਹੀਂ ਜੀ ਮਿਲ ਸਕਦਾ। ਜੇ ਪੈਸੇ ਨਾਲ ਵੀ ਰੱਬ ਮਿਲਦਾ ਹੁੰਦਾ ਤੇ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਕਹਿੰਦੀ ਰਾਮਨ ਹੁਤੇ ਸੁਰੰਕ ਨਹਿ ਜਿਨ ਸਿਰ ਦੀਨੇ ਕਾਟ। ਰਾਮਨ ਕੋਈ ਗਰੀਬ ਥੋੜਾ ਸੀ, ਉਹਨੂੰ ਸਿਰ ਦੇਣਾ ਪਿਆ। ਬੜਾ ਅਮੀਰ ਸੀ, ਸੋਨੇ ਦੀ ਉਹਦੀ ਲੰਕਾ ਸੀ, ਸਾਡੇ ਤੇ ਇੱਟਾਂ ਪੱਥਰਾਂ ਦੇ ਘਰ ਆ ਨਾ। ਉਹ ਲੰਕਾ ਦੇ ਕੇ ਵੀ ਰੱਬ ਨੂੰ ਖਰੀਦ ਸਕਦਾ ਸੀ, ਪਰ ਨਹੀਂ, ਉਹਨੇ ਸਿਰ ਦੇ ਕੇ ਰੱਬ ਨੂੰ ਪ੍ਰਾਪਤ ਕੀਤਾ, ਨਾਮ ਮਿਲਿਆ ਉਹਨੂੰ। ਹਰ ਧਨ ਰਤਨ ਜਵੇਹਰ ਮਾਨਕ, ਹਰ ਧੰਨੇ ਨਾਲ ਅੰਮ੍ਰਿਤ ਵੇਲੇ ਵੱਤੇ, ਹਰ ਭਗਤੀ ਹਰ ਲਿਵ ਲਾਈ। ਸਤਿਗੁਰੂ ਮਹਾਰਾਜ ਕਹਿੰਦੇ ਹਰ ਧਨ ਰਤਨ ਜਵੇਹਰ ਮਾਨਕ। ਪਰਮਾਤਮਾ ਦਾ ਨਾਮ ਰੂਪੀ ਧਨ ਕੀ ਆ? ਰਤਨ ਆ, ਜਵੇਹਰ ਆ, ਮਾਨਕ ਆ, ਬੜੇ ਹੀ ਕੀਮਤੀ ਵਸਤੂ ਹੈ। ਹਰ ਧੰਨੇ ਨਾਲ, ਹਰ ਨਾਮ ਦੇ ਨਾਲ ਸਤਿਗੁਰੂ ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਵੱਤੇ। ਅਸਲ 'ਚ ਕਹਿੰਦੇ ਵੱਤਰ ਹੁੰਦਾ ਹੈ ਨਾ, ਕੋਈ ਫਸਲ ਬੀਜਣੀ ਹੋਵੇ ਤਾਂ ਹੁਣ ਬਾਹਰ ਪੈਲੀ ਸੁੱਕੀ ਪਈ ਹੈ, ਨਾ ਹੱਲ ਫੇਰਿਆ, ਨਾ ਸੁਹਾਗਾ ਫੇਰਿਆ, ਨਾ ਪਾਣੀ ਲਾਇਆ, ਤੇ ਬੀਜ ਖਿਲਾਰ ਕੇ ਆ ਜਾਈਏ ਤੇ ਉੱਥੇ ਉੱਗੇਗਾ ਕੀ ਜੀ? ਉੱਥੋਂ ਸਤਿਗੁਰੂ ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਵੱਤੈ। ਵੱਤਰ ਕੀ ਆ? ਨਾਮ ਬੀਜਣ ਦਾ। ਸਤਿਗੁਰੂ ਮਹਾਰਾਜ ਕਹਿੰਦੇ ਅੰਮ੍ਰਿਤ ਵੇਲਾ, ਹਰ ਭਗਤੀ ਹਰ ਲਿਵ ਲਾਈ। ਭਗਤਾਂ ਨੇ ਅੰਮ੍ਰਿਤ ਵੇਲੇ ਨਾਮ ਧਨ ਦੇ ਨਾਲ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹਨਾਂ ਨੇ ਬੀਜਣਾ ਸ਼ੁਰੂ ਕਰ ਦਿੱਤਾ। ਹਰ ਧਨ ਅੰਮ੍ਰਿਤ ਵੇਲਾ ਵੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੇ ਨਾਹੀ। ਤੇ ਕਹਿੰਦੇ ਜਿਨ੍ਹਾਂ ਨੇ ਵੀ ਅੰਮ੍ਰਿਤ ਵੇਲੇ ਇਹ ਨਾਮ ਰੂਪੀ ਧਨ ਬੀਜ ਦਿੱਤਾ ਹੈ, ਅੰਮ੍ਰਿਤ ਵੇਲੇ ਜਿਨ੍ਹਾਂ ਨੇ ਇਹ ਧਨ ਇਕੱਠਾ ਕਰ ਲਿਆ ਹੈ, ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਭਗਤ ਖਾਏ ਖਰਚ ਰਹੇ ਨਿਖੁੱਟੇ ਨਾਹੀ। ਇਹਨੂੰ ਜਿੰਨਾ ਮਰਜ਼ੀ ਫਿਰ ਖਾਈ ਜਾਓ, ਜਿੰਨਾ ਮਰਜ਼ੀ ਇਹਨੂੰ ਫਿਰ ਵੰਡੀ ਜਾਓ, ਇਹ ਕਦੀ ਵੀ ਨਿਖੁੱਟੇ ਦਾ ਅਰਥ ਹੁੰਦਾ ਹੈ ਕਿ ਮੁੱਕਦਾ ਹੀ ਨਹੀਂ, ਕਦੀ ਖਤਮ ਹੀ ਨਹੀਂ ਹੁੰਦਾ। ਜਿੰਨਾ ਮਰਜ਼ੀ ਇਹਨੂੰ ਵੰਡੀ ਜਾਓ, ਜਿੰਨਾ ਮਰਜ਼ੀ ਇਹਨੂੰ ਖਾਈ ਜਾਓ। ਸਤਿਗੁਰੂ ਮਹਾਰਾਜ ਅੱਗੇ ਕਿਰਪਾ ਕਰਦੇ ਨੇ, ਕਹਿੰਦੇ ਹਲਤ ਪਲਤ ਹਰ ਧੰਨੇ ਕੀ, ਭਗਤਾਂ ਕੋ ਮਿਲੀ ਵਡਿਆਈ। ਹਲਤ ਇਸ ਲੋਕ ਤੇ ਪਲਤ ਉਸ ਲੋਕ 'ਚ। ਭਗਤਾਂ ਨੂੰ, ਨਾਮ ਜਪਣ ਵਾਲਿਆਂ ਨੂੰ ਇਸ ਨਾਮ ਧਨ ਕਰਕੇ ਵਡਿਆਈ ਪ੍ਰਾਪਤ ਹੋ ਜਾਂਦੀ ਹੈ। ਹਰ ਧਨ ਨਿਰਭਉ, ਸਦਾ ਸਦਾ ਅਸਥਿਰ ਹੈ ਸਾਚਾ। ਸਤਿਗੁਰੂ ਮਹਾਰਾਜ ਕਹਿੰਦੇ ਇਹ ਨਾਮ ਰੂਪੀ ਧਨ ਨਿਰਭਉ ਹੈ,
ਨਿਰਭਉ ਜਪੇ ਸਗਲ ਭਉ ਮਿਟੇ। ਜਿਹੜਾ ਨਾਮ ਨੂੰ ਜਪਦਾ ਹੈ ਨਾ, ਨਿਰਭਉ ਨੂੰ ਜਪਦਾ ਹੈ, ਕਹਿੰਦੇ ਉਹਦੇ ਵੀ ਭੈ ਮੁੱਕ ਜਾਂਦੇ ਨੇ, ਜਨਮ ਮਰਨ ਦੇ ਮੁੱਕ ਜਾਂਦੇ ਨੇ, ਜਮਾਂ ਦੇ ਮੁੱਕ ਜਾਂਦੇ ਨੇ, ਦਲਿੱਦਰਤਾ ਦੇ ਮੁੱਕ ਜਾਂਦੇ ਨੇ, ਗਰੀਬੀ ਦੇ ਮੁੱਕ ਜਾਂਦੇ ਨੇ, ਦੁੱਖਾਂ ਦੇ ਮੁੱਕ ਜਾਂਦੇ ਨੇ। ਜਿੰਨੇ ਵੀ ਤਰ੍ਹਾਂ ਦੇ ਤੁਸੀਂ ਭੈ ਗਿਣੋਗੇ ਉਹ ਸਾਰਿਆਂ ਭੈ ਦਾ, ਉਸ ਸਾਰੀਆਂ ਬਿਮਾਰੀਆਂ ਦਾ ਇੱਕੋ ਹੀ ਇਲਾਜ ਹੈ, ਨਾਮ ਜਪਣਾ ਸ਼ੁਰੂ ਕਰ ਦਿਓ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਇਹ ਹਰ ਧਨ ਅਗਨੀ ਤਸਕਰੈ ਪਾਣੀਐ ਜਮਦੂਤੈ ਕਿਸੇ ਕਾ ਗਵਾਇਆ ਨਾ ਜਾਈ। ਜਿਹੜਾ ਇਹ ਨਾਮ ਦਾ ਧਨ ਹੈ, ਇਹਨੂੰ ਅੱਗ 'ਚ ਤੁਸੀਂ ਪਾ ਕੇ ਸਾੜ ਨਹੀਂ ਸਕਦੇ। ਤਸਕਰੇ ਦੇ ਅਰਥ ਹੁੰਦੇ ਨੇ ਕਿ ਇਹਨੂੰ ਚੋਰ ਚੋਰੀ ਕਰਕੇ ਨਹੀਂ ਲੈ ਕੇ ਜਾ ਸਕਦਾ। ਪਾਣੀਏ, ਇਹਨੂੰ ਤੁਸੀਂ ਪਾਣੀ 'ਚ ਪਾ ਕੇ ਵੀ ਨਹੀਂ ਡੋਬ ਸਕਦੇ। ਤੇ ਸਭ ਤੋਂ ਵੱਡੀ ਗੱਲ, ਸਤਿਗੁਰੂ ਮਹਾਰਾਜ ਕਹਿੰਦੇ ਜਮਦੂਤੈ, ਜਮਦੂਤਾਂ ਦਾ ਡਰ ਵੀ ਨਹੀਂ ਰਹਿ ਜਾਂਦਾ। ਕਿਸੇ ਕਾ ਗਵਾਇਆ ਨਾ ਜਾਈ, ਇਹਨਾਂ 'ਚ ਨਾ ਅੱਗ ਸਾੜ ਸਕਦੀ, ਨਾ ਚੋਰ ਚੋਰੀ ਕਰ ਸਕਦਾ, ਨਾ ਪਾਣੀ ਦੇ ਵਿੱਚ ਗਾਲਿਆ ਡੋਬਿਆ ਜਾ ਸਕਦਾ, ਨਾ ਜਮਦੂਤ ਹੋ ਕੇ ਲਿਜਾ ਸਕਦੇ ਨੇ। ਹਰ ਧਨ ਕੋ ਉਚਕਾ ਨੇੜ ਨਾ ਆਵੇ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਚੁੱਕ ਕੇ ਲੈ ਕੇ ਜਾਣ ਵਾਲਾ, ਉਹ ਚੱਕਾ ਚੁੱਕ ਕੇ ਖੜਨ ਵਾਲਾ। ਹਰ ਧਨ ਕੋ, ਨਾਮ ਧਨ ਨੂੰ ਕੋਈ ਚੁੱਕ ਕੇ ਨਹੀਂ ਲੈ ਕੇ ਜਾ ਸਕਦਾ। ਜਮ ਜਗਾਤੀ ਡੰਡ ਨਾ ਲਗਾਈ। ਜਗਾਤੀ ਕਹਿੰਦੇ ਨੇ ਕਰ ਲਾਉਣ ਵਾਲਿਆਂ ਨੂੰ, ਜਗਾਤ ਲਾਉਣ ਵਾਲਿਆਂ ਨੂੰ। ਸਤਿਗੁਰੂ ਮਹਾਰਾਜ ਕਹਿੰਦੇ ਇਹਨੂੰ ਕੋਈ ਡੰਡ ਵੀ ਨਹੀਂ ਲਾ ਸਕਦਾ, ਇਹਨੂੰ ਕੋਈ ਸਜ਼ਾ ਨਹੀਂ ਲਾ ਸਕਦਾ, ਇਹਨੂੰ ਕੋਈ ਟੈਕਸ ਨਹੀਂ ਲਾ ਸਕਦਾ। ਸਾਕਤੀ ਪਾਪ ਕਰਕੇ ਵਿਖਿਆ ਧਨ ਸੰਚਿਆ। ਸਾਕਤੀ ਦੇ ਇੱਥੇ ਅਰਥ ਨੇ ਕਿ ਜਿਹੜੇ ਤਾਂ ਸਾਕਤ ਨੇ, ਮਾਇਆ ਦੇ ਵਿੱਚ ਫਸੇ ਹੋਏ ਨੇ, ਮਨਮੁਖ ਜੀਵ ਨੇ, ਮਨ ਦੇ ਪਿੱਛੇ ਤੁਰਨ ਵਾਲੇ ਨੇ, ਕਹਿੰਦੇ ਉਹਨਾਂ ਨੇ ਪਾਪ ਕਰਕੇ। ਹੁਣ ਦੇਖੋ ਸਤਿਗੁਰੂ ਮਹਾਰਾਜ ਕਹਿੰਦੇ ਬਾਣੀ 'ਚ, ਪਾਪਾਂ ਬਾਝੋਂ ਹੋਵੇ ਨਾਹੀ, ਮੋਇਆ ਸਾਥ ਨਾ ਜਾਈ। ਪਾਪ ਤੋਂ ਬਗੈਰ ਧਨ ਨਹੀਂ ਇਕੱਠਾ ਕੀਤਾ ਜਾ ਸਕਦਾ। ਜਿਹਦੇ ਕੋਲ ਬਹੁਤ ਆ, ਇਹਦਾ ਮਤਲਬ ਉਹ ਬਹੁਤ ਪਾਪ ਕਰਦਾ ਹੋਏਗਾ। ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਦਸਾਂ ਨੌਵਾਂ ਦੀ ਕਿਰਤ ਕਰਦਾ, ਮਹਾਰਾਜ ਉਹਨੂੰ ਗੁਜਰਾਨ, ਦੌਲਤ ਗੁਜਰਾਨ ਬਹੁਤ ਦਿੰਦਾ ਹੈ, ਉਹਦੀ ਲੋੜਾਂ ਪੂਰੀਆਂ ਹੋ ਜਾਂਦੀਆਂ, ਕਮੀ ਨਹੀਂ ਰਹਿਣ ਦਿੰਦਾ। ਪਰ ਜਿਹੜਾ ਕਹਿੰਦਾ ਨਾ ਕਿ ਮੈਂ ਜੋੜ ਜਾਵਾਂ ਅਗਲਿਆਂ ਵਾਸਤੇ ਵੀ, ਉਹ ਪਾਪ ਜ਼ਰੂਰ ਕਰਦਾ ਹੈ। ਸਤਿਗੁਰੂ ਕਹਿੰਦੇ ਨੇ, ਸਾਕਤੀ ਪਾਪ ਕਰਕੇ ਵਿਖਿਆ ਧਨ ਸੰਚਿਆ। ਵਿਖਿਆ ਕਹਿੰਦੇ ਨੇ ਜ਼ਹਿਰ ਨੂੰ, ਕਹਿੰਦੇ ਇਹ ਜ਼ਹਿਰ ਇਕੱਠਾ ਕਰ ਲਿਆ ਪਾਪ ਕਰ ਕਰਕੇ। ਸਤਿਗੁਰੂ ਕਹਿੰਦੇ ਪਏ ਨੇ, ਇੱਕ ਵਿਖ ਤਿਨਾ ਇੱਕ ਵਿਖ ਨਾਲ ਨਾ ਜਾਈ। ਵਿਖ ਕਹਿੰਦੇ ਨੇ ਇੱਕ ਪੈਰ, ਕਹਿੰਦੇ ਇੱਕ ਪੈਰ ਵੀ ਇਹ ਧਨ ਨਾਲ ਨਹੀਂ ਉਹਨਾਂ ਦੇ ਤੁਰਨਾ। ਅੱਗੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਹਲਤੇ ਵਿੱਚ ਸਾਕਤ ਦੁਹੇਲੇ ਭਏ, ਹੱਥੋਂ ਛੁੜਕ ਗਿਆ ਅੱਗੇ ਪਲਤ ਸਾਕਤ ਹਰ ਦਰਗੇ ਢੋਈ ਨਾ ਪਾਈ। ਹਲਤੇ ਕਹਿੰਦੇ ਨੇ ਇਸ ਲੋਕ ਦੇ ਵਿੱਚ, ਕਹਿੰਦੇ ਦੁਹੇਲੇ ਭਏ, ਕਹਿੰਦੇ ਨੇ ਦੁਖੀ ਹੋ ਗਏ। ਇੱਥੇ ਪਾਪ ਕੀਤਾ ਸੀ ਤੇ ਦੁਖੀ ਤੇ ਹੋਣਾ ਸੀ। ਕਹਿੰਦੇ ਹੱਥੋਂ ਛੁੜਕ ਗਿਆ। ਕਹਿੰਦੇ ਕਈ ਵਾਰੀ ਇੱਦਾਂ ਵੀ ਹੁੰਦਾ ਕਿ ਦੁਨਿਆਵੀ ਧਨ ਲੋਕੀ ਖੋ ਕੇ ਲੈ ਜਾਂਦੇ ਨੇ, ਜਿਉਂਦਿਆਂ ਜੀ ਬਾਪੂ ਦਾ ਅੰਗੂਠਾ ਲਾ ਲੈਂਦੇ ਨੇ, ਤੂੰ ਕੀ ਕਰਨਾ, ਤੇ ਮੁੜ ਕੇ ਮਾਰਦੇ ਨੇ ਲੱਤ ਕੇ, ਚੱਲ ਬਾਪੂ, ਉੱਥੇ ਅਨਾਥ ਆਸ਼ਰਮ 'ਚ ਵੀ ਛੱਡ ਕੇ ਆ ਜਾਂਦੇ ਆ। ਸਤਿਗੁਰੂ ਮਹਾਰਾਜ ਕਹਿੰਦੇ ਹੱਥੋਂ ਛੁੜਕ ਗਿਆ, ਇੱਥੇ ਵੀ ਕੋਈ ਕੰਮ ਨਹੀਂ ਆਇਆ। ਅੱਗੇ ਪਲਟ ਕੇ ਅਗਲੇ ਪਾਸੇ ਜਦੋਂ ਦਰਗਾਹ ਦੇ ਵਿੱਚ ਜਾਣਾ ਸੀ, ਇਸ ਦੁਨੀਆ ਨੂੰ ਛੱਡ ਕੇ ਗਿਆ। ਸਾਕਤ ਹਰ ਦਰਗੇ ਢੋਈ ਨਾ ਪਾਈ, ਉਹਨੂੰ ਦਰਗਾਹ ਦੇ ਵਿੱਚ ਵੀ ਢੋਈ ਨਾ ਮਿਲੀ। ਇਸ ਹਰ ਧਨ ਕਾ ਸ਼ਾਹੋ ਹਰ ਆਪ ਹੈ ਸੰਤੋ। ਸ਼ਾਹੋ ਕਹਿੰਦੇ ਆ ਮਾਲਕ ਨੂੰ, ਇੱਥੇ ਸਾਹੋ ਨਹੀਂ ਕਹਿਣਾ। ਸਾਹੋ ਦੇ ਅਰਥ ਹੁੰਦੇ ਨੇ ਸ਼ਾਹੋ ਸ਼ਬਦ ਜਦੋਂ ਅਸੀਂ ਫਾਰਸੀ 'ਚ ਵਰਤਦੇ, ਮਾਲਕ ਜਿਹਨੂੰ ਕਹਿ ਦਿੰਦੇ ਮਾਲਕ, ਧਨੀ। ਕਹਿੰਦੇ ਇਸ ਧਨ ਦਾ ਮਾਲਕ ਜਿਹੜਾ ਹੈ ਉਹ ਰੱਬ ਵਾਹਿਗੁਰੂ ਆਪ ਹੈ। ਤੇ ਜਿਸ ਨੂੰ ਦੇ ਸੋ ਹਰ ਤਨ ਲੱਦ ਚਲਾਏ। ਤੇ ਜਿਹਨੂੰ ਉਹ ਦੇ ਦਿੰਦਾ ਹੈ ਨਾ ਇਨਾਮ ਧਨ, ਕਹਿੰਦੇ ਉਹ ਐਵੇਂ ਲੱਦ ਕੇ ਤੁਰਦਾ ਜਿੱਦਾਂ ਵਪਾਰੀ ਨਹੀਂ ਗੱਡੇ ਲੱਦ ਕੇ ਭਰ ਕੇ ਗੱਡੀਆਂ ਲੱਦ ਕੇ ਤੁਰ ਪੈਂਦੇ, ਕਿਵੇਂ ਐਵੇਂ ਉਹ ਨਾਮ ਜਪ ਕੇ ਲੱਦ ਕੇ ਤੁਰਦੇ ਨੇ। ਇਸ ਹਰ ਧਨੇ ਕਾ ਟੋਟਾ ਕਦੇ ਨਾ ਆਵੇ। ਇਸ ਨਾਮ ਧਨ ਦਾ ਟੋਟਾ ਘਾਟ ਕਦੇ ਵੀ ਨਹੀਂ ਆਉਂਦੀ। ਜਨ ਨਾਨਕ ਕੋ ਗੁਰ ਸੋਝੀ ਪਾਈ। ਗੁਰੂ ਨਾਨਕ ਦੇਵ ਮਹਾਰਾਜ ਚੌਥੇ ਨਾਨਕ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਇਸ ਕਰਕੇ ਮੈਨੂੰ ਗੁਰੂ ਨੇ ਇਹ ਸੋਝੀ ਦੇ ਦਿੱਤੀ। ਜਨ ਨਾਨਕ ਕੋ ਗੁਰ ਸੋਝੀ ਪਾਈ। ਗੁਰੂ ਅਮਰਦਾਸ ਨੇ ਇਹ ਸੋਝੀ ਦਿੱਤੀ ਹੈ ਕਿ ਨਾਮ ਧਨ ਜਿਹੜਾ ਹੈ ਹਮੇਸ਼ਾ ਉਹੀ ਸਾਥ ਨਿਭਾ ਲਾਏ। ਉਸ ਤੋਂ ਬਗੈਰ ਕੋਈ ਐਸਾ ਧਨ ਹੋਰ ਨਹੀਂ ਜਗਤ ਦੇ ਵਿੱਚ ਜਿਹਨੂੰ ਜਪਿਆ ਜਾਏ, ਜਿਹਨੂੰ ਖਾਧਾ ਜਾਏ ਤੇ ਉਹ ਮੁੱਕੇ ਨਾ। ਦੁਨੀਆ ਦੇ ਧਨ ਮੁੱਕ ਜਾਂਦੇ ਨੇ, ਨਾਮ ਧਨ ਹਮੇਸ਼ਾ ਹੀ ਰਹਿੰਦਾ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰ, ਨਾਮ ਜਪੀਏ ਤੇ ਜੀਵਨ ਸਫਲਾ ਹੋ ਜਾਏ। ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਮਿਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।